ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਦਮ ਬੋਸੀ ਕਰਨ ਵਾਲੇ ਮਹਾਤਮਾ ਗੁਰੂ ਹਰਗੋਬਿੰਦ ਸਾਹਿਬ ਤਾਈਂ ਛੇਆਂ ਪਾਤਸ਼ਾਹੀਆਂ ਦੇ ਪਾਸ ਰਹਿ ਕਰਕੇ ਸੇਵਾ ਕੀਤੀ। ਸਿੱਖ ਜਗਤ ਦੀ ਫੁਲਬਾੜੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਚਾਰ ਪ੍ਰਸਾਰ ਕੀਤਾ ਔਰ ਅੱਜ ਦੇ ਦਿਨ ਉਸ ਬ੍ਰਹਮਵੇਤੇ ਮਹਾਤਮਾ ਨੇ ਮਾਤਾ ਗੰਗਾ ਜੀ ਨੂੰ ਗੁਰਤਾ ਗੱਦੀ ਦੇ ਅਗਲੇ ਵਾਰਸ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਾਜ਼ ਦਾ ਵਰ ਦਿੱਤਾ। ਆਓ ਉਸ ਮਹਾਂਪੁਰਸ਼ ਦੀ ਵਡਿਆਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਗੁਰਬਾਣੀ ਦਾ ਫੁਰਮਾਨ ਹੈ, ਧੰਨ ਧੰਨ ਤੇ ਧੰਨ ਜਨ ਜਿਹ ਕਿਰਪਾਲ ਹਰ ਹਰ ਭਇਓ, ਹਰ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੁਹੂ ਥੇ ਰਹਿਓ। ਮਨੁੱਖਤਾ ਦੇ ਅੰਦਰ ਉਸ ਦੇ ਵੱਡੇ ਭਾਗ ਸਮਝੋ ਜਿਨ੍ਹਾਂ ਗੁਰੂ ਨਾਨਕ ਦੇ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਨੇਤਰਾਂ ਨਾਲ ਦੀਦਾਰੇ ਕੀਤੇ, ਫਿਰ ਸੇਵਾ ਕੀਤੀ ਔਰ ਪਰਮ ਪਦਵੀ ਨੂੰ ਹਾਸਲ ਕੀਤਾ, ਮੁਕਤੀ ਨੂੰ ਹਾਸਲ ਕੀਤਾ, ਅਮਰਾ ਪਦ ਪਾਇਆ। ਸਰੀਰ ਮਿਟ ਗਿਆ ਲੇਕਿਨ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਗੂੰਜੇਗਾ। ਗੁਰੂ ਨਾਨਕ ਦੇ ਦਰ ਤੇ ਸੇਵਾ ਕਰਨ ਵਾਲਿਆਂ ਲਈ 3 ਵਾਰ ਧੰਨ ਲਫ਼ਜ਼ ਵਰਤਿਆ ਹੈ ਗੁਰੂ ਗ੍ਰੰਥ ਸਾਹਿਬ ਨੇ। ਉਹ ਮਹਾਂਪੁਰਸ਼ ਧੰਨਤਾ ਦੇ ਯੋਗ ਨੇ ਔਰ ਸਦਾ ਹੀ ਉਹਨਾਂ ਦੀ ਵਡਿਆਈ ਕੀਰਤੀ ਰਹੇਗੀ। ਬਾਬਾ ਬੁੱਢਾ ਜੀ ਜਿਸ ਬੁਲੰਦ ਹਸਤੀ ਦੇ ਮਾਲਕ ਨੇ, ਉਹ ਚੰਮ ਦੀ ਜ਼ੁਬਾਨ ਨਾਲ ਉਹਨਾਂ ਦੇ ਗੀਤ ਗਾ ਕੇ ਅੰਤ ਪਾ ਲੈਣਾ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਬੜਾ ਮੁਸ਼ਕਿਲ ਹੈ। ਸਾਧੂ ਦੀ ਸ਼ੋਭਾ ਐਸੀ ਅਗੰਮੀ ਹੈ। ਬਾਣੀ ਦਾ ਫੁਰਮਾਨ ਹੈ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਕਿਤਨੇ ਵੀ ਉਹਦੇ ਗੀਤ ਗਾਓ, ਇੱਥੇ ਕਈ ਰਾਗੀ ਢਾਡੀ ਆਏ, ਕਥਾਵਾਚਕ ਆਏ ਨੇ, ਆਉਣਾ ਹੈ, ਪਰ ਜੰਮ ਦੀ ਜ਼ੁਬਾਨ ਨਾਲ ਉਹਨਾਂ ਮਹਾਂਪੁਰਸ਼ਾਂ ਦੀ ਵਡਿਆਈ ਦਾ ਅੰਤ ਪਾ ਲੈਣਾ ਇਹ ਮੁਸ਼ਕਲ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, there is no limit of the glory of the saints। ਮਹਾਂਪੁਰਸ਼ਾਂ ਦੀ ਵਡਿਆਈ ਇਤਨੀ ਬੁਲੰਦ ਹੈ, ਉਹਦਾ ਅੰਤ ਪਾ ਲੈਣਾ, ਪਾਰਲਾ ਕੰਡਾ ਲੱਭ ਲੈਣਾ ਕਹਿੰਦੇ ਬੜਾ ਮੁਸ਼ਕਲ ਹੈ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਬੜੀ ਉੱਚੀ ਸ਼ੋਭਾ ਹੈ। ਮੂਚ ਤੇ ਮੂਚੀ ਦਾ ਭਾਵ ਹੈ ਜਿਤਨੀ ਬਿਆਨ ਕਰੋਗੇ ਉਹਦੇ ਨਾਲੋਂ ਬਹੁਤਾਤ ਵਿੱਚ ਹੈ। ਭਾਈ ਸਾਹਿਬ ਭਾਈ ਨੰਦ ਲਾਲ ਆਪਣੀਆਂ ਗਜ਼ਲਾਂ ਦੇ ਵਿੱਚ ਫਾਰਸੀ ਦੇ ਇਹ ਅਲਫਾਜ਼ ਪ੍ਰਗਟ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਚੋਂ ਸਿਰਮੌਰ ਕਵੀ ਨੇ। ਕਹਿੰਦੇ ਕੀਸਟ ਗੋਇਆ ਜ਼ਾਕਿਰੇ ਨਾਮੇ ਖੁਦਾ, ਹਮ ਚੂ ਖੁਰਸ਼ੈਦੇ ਜਹਾਂ ਰਖਸ਼ਿੰਦ ਏਮ। ਕਹਿੰਦੇ ਪਰਮਾਤਮਾ ਦਾ, ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਸਿਮਰਨ ਕਰਨ ਵਾਲਾ ਮਹਾਤਮਾ ਮਹਾਂਪੁਰਸ਼ ਪਤਾ ਕੈਸਾ ਹੈ? ਤੇ ਸਿੱਖਾਂ ਪੁੱਛਿਆ ਜੀ ਦੱਸੋ ਕੈਸਾ ਹੈ? ਲਫ਼ਜ਼ ਵਰਤਿਆ ਖੁਰਸ਼ੈਦੇ, ਸੂਰਜ ਨੂੰ ਕਹਿੰਦੇ ਨੇ। ਅਕਾਲ ਪੁਰਖ ਦੇ ਗੁਰੂ ਨਾਨਕ ਦੇ ਗੀਤ ਗਾਉਣ ਵਾਲਾ, ਸੇਵਾ ਕਰਨ ਵਾਲਾ ਦੁਨੀਆ ਦੇ ਉੱਤੇ ਸੂਰਜ ਵਰਗੀ ਚਮਕ ਰੱਖਦਾ ਹੈ। ਤੇ ਸੂਰਜ ਨੂੰ ਕੌਣ ਨਹੀਂ ਜਾਣਦਾ?
इदां ही बाबा बुढ़ा साहब नूं इस रूहे जमीन ते किहड़ा सिख नहीं जानदा। ये गुरु नानक दे गीत गाउणे उहदे दर ते सेवा करन दा फल है। खुरशैद वांगू सूरज वांगू चमक हो जांदी है दुनिया ते। वेखो परमात्मा दा जस बेअंत है। बंदगी करके कोई साधु परमात्मा विच अभेद हो जावे ते वो भी बेअंत रूप हो जाता है। जो नदी सागर विच मिल गई उहदा दायरा सागर वर्गा हो गया। साध की शोभा साध बन आई नानक, साध प्रभ भेद ना भाई। जदों नदी सागर विच मिल गई फिर फर्क नहीं रहिंदा। जदों साधु गुरु नानक दे गीत गा के उहदे चरनां च अभेद हो गया फिर वैसी ही वडियाई महापुरुष दी हो गई जैसी गुरु नानक दी है, परमेश्वर दी है। ऐसे महात्मा होए ने जिन्ना नाम दान गुरु नानक साहब पातशाह पासों लिया और अवस्था ये बना लई जिवें बाणी दे विच आउंदा है ना, उठदियां बहंदियां सुत्तिया सदा सदा हर नाम ध्याइया जन नानक, गुर मुख हर लहिया। जे जागदे ने उठे ने रब दे गीत गाउंदे ने, किते बैठे ने रब दी बात पाउंदे ने, किते अख लग जांदी है ते नाम ही बुड़बड़ाउंदे ने। ये अवस्था ते जिन्हां दी एडी उच्ची उडारी हो जावे नाम जपण दे विच, गुरमुख हर लहिया, ओही खुदा नूं मिले ते गुरमुख अखवाए। ऐसे महान बाबा बुढ़ा जी होए ने। 7 कत्तक 1563 बिक्रमी संमत। एक बालक दा आगाज भाई सुखा रंधावा जी दे गृह विखे माता गौरा दी कुख तो पिंड कथू नंगल हुंदा है। नाम बूड़ा रखिया जांदा है। कुल दा जिक्र इसलिए करते हैं क्योंकि बाणी ने ये मोहर लाई है भी जिस कुल विच महापुरुष आवेगा वो धन हो जावेगी। धन सो वंश, धन सो पिता, धन सो माता जिन जन जने। जन फारसी का लफ्ज है, भाव हुंदा है इस्त्री। ते संत कौन ने? रब दियां घर वालियां, खुदाया नूं जिन्हां सिर दा मालक बना लिया है, जिन्हां नूं रब ने खसमाने विच लै लिया। जे दा संस्कृत विच अर्थ करो ते जन दा मतलब हुंदा है महापुरुष महात्मा। कहंदे धन ने ओ जेड़े रब दे गीत गा के जन बने और जिस माई दी कुख चों ओ पैदा होए उस माई दी भी शोभा, उन्हां दी कुल दी भी शोभा, उन्हां दे बाप दी भी शोभा। इंग्लिश का टीकाकार लिखता है, कहता ब्लैसड इज द एंसेस्ट्री, सारी कुल धन जिथे महापुरुष का आगाज हो जावे। ब्लैसड इज द मदर, ब्लैसड इज द फादर, माई बाप उन्हां दे धन ने जिन्हां दे कारण सतपुरुषां दा दुनिया ते आगाज हुंदा है। नाल डेफिनेशन दे दिती, जन कौन है, संत कौन है? जिन सास गिरास ध्याया मेरा हर हर, से साची दरगह हर जन बने। जिन्हां हर साह नाल गुरु नानक दे खुदा दे गीत गाए वो दरगाह विच कबूल होए, वो महापुरुष अखवाए ने। बचपन तो ही बुद्धि बड़ी तेज है, बड़ी शातिर है, बड़ा गंभीर जिहा सुभाव है। एकांत पसंद करते ने, पिता दा किरत विच हथ वडाउंदे ने, डंगर चारन लई कहण ते चारदे ने, खेती विच हथ वंडाउण लई कहण ते करदे ने। कुछ बचपन दा समा कथू नंगल बीतिया, फिर माता पिता दे नाल रमदास आ गए, उत्थे कुछ समा बतीत कीता। अकाल पुरख दे पहले सरगुण स्वरूप गुरु नानक साहब सच्चे पातशाह उस पावन धरती ते भाई बूड़ा नूं मिलदे ने। प्यारे भाई मरदाना जी नाल ने।
ਭਾਈ ਬਾਲਾ ਜੀ ਨਾਲ ਨੇ, ਰੱਬ ਦੇ ਗੀਤ ਗਾਏ ਜਾ ਰਹੇ ਨੇ। ਤੇ ਇਹ ਬਾਲਕ ਬੂੜਾ ਆ ਕੇ ਮਿਲਦਾ ਹੈ। ਬੜੇ ਵੱਡੇ ਭਾਗ ਹੋਣ, ਗੁਰੂ ਨਾਨਕ ਸਾਹਿਬ ਮਿਲਣਗੇ। ਧੰਨ ਧੰਨ ਵੱਡ ਭਾਗ ਗੁਰ ਸਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ। ਤੇ ਜਿਨ੍ਹਾਂ ਨੂੰ ਗੁਰੂ ਨਾਨਕ ਮਿਲ ਗਿਆ, ਸਮਝ ਲਓ ਹਰੀ ਦਾ ਦਰਸ਼ਨ ਹੋ ਗਿਆ, ਕਿਉਂਕਿ ਉਹ ਆਪ ਹਰੀ ਦਾ ਸਰੂਪ ਨੇ। ਬਾਣੀ 'ਚ ਆਉਂਦਾ ਹੈ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਖੁਦਾਇਆ ਹੈ। ਗੁਰੂ ਨਾਨਕ ਸਾਹਿਬ ਦੇ ਪਾਸ ਬੜੀਆਂ ਬਜ਼ੁਰਗੀ ਨਾਲ ਭਰੀਆਂ ਸਿਆਣਪ ਵਾਲੀਆਂ ਬਾਤਾਂ ਕੀਤੀਆਂ। ਮਹਾਰਾਜ ਨੂੰ ਬੜੇ ਵਿਵੇਕ ਵੈਰਾਗ ਦੇ ਸਵਾਲ ਪੁੱਛੇ, ਮੌਤ ਬਾਬਤ ਬਾਤਾਂ ਪਾਈਆਂ। ਤੇ ਗੁਰੂ ਨਾਨਕ ਸਾਹਿਬ ਸਹਿ ਸੁਭਾਅ ਕਹਿੰਦੇ, ਤੁਹਾਡੀ ਉਮਰ ਛੋਟੀ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰਦੇ ਹੋ। ਕੋ 12-13 ਵਰਿਆਂ ਦੀ ਉਮਰ ਸੀ। ਦੇਖੋ, ਧਰਮ ਦੀ ਦੁਨੀਆ ਵਿੱਚ ਇੱਕ ਗੱਲ ਤੇ ਤੈਅ ਹੈ, ਬੁਢਾਪੇ ਨਾਲ ਸਿਆਣਪ ਨਹੀਂ ਮੰਨੀ ਗਈ। ਜੇ ਤੁਸੀਂ ਆਖੋ ਨਾ ਵੀ ਇਹ ਬਜ਼ੁਰਗ ਨੇ 70 ਵਰੇ ਦੁਨੀਆ ਵਿੱਚ ਵਿਚਰ ਕੇ ਵੇਖਿਆ, ਇਹਨੂੰ ਬੜੀ ਸਿਆਣਪ ਹੈ। ਕੋਈ ਕਾਰ ਵਿਵਹਾਰ ਕਰਨਾ ਤੇ ਬਾਪੂ ਦੀ ਰਾਏ ਲੈ ਲਓ, ਸੰਸਾਰ ਵਿੱਚ ਵਿਚਰਿਆ ਹੈ, ਕਾਮਯਾਬੀ ਮਿਲੇਗੀ। ਅਧਿਆਤਮਕ ਦੁਨੀਆ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਫਲਾਣੇ ਬਾਪੂ ਨੂੰ ਪੁੱਛ ਲਓ ਵੀ ਮੰਜ਼ਿਲ ਤੇ ਕਿਵੇਂ ਪਹੁੰਚਣਾ ਹੈ, ਗੁਰੂ ਨਾਨਕ ਤੱਕ ਕਿਵੇਂ ਪਹੁੰਚਣਾ ਹੈ। ਅਧਿਆਤਮਕ ਦੁਨੀਆ ਵਿੱਚ ਬਜ਼ੁਰਗੀ ਚੌਂਕੜੇ ਨਾਲ ਹੈ, ਬੰਦਗੀ ਨਾਲ ਹੈ, ਇਬਾਦਤ ਨਾਲ ਹੈ। ਜੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਿਆ ਹੈ ਤੇ ਉਹਦੇ ਵਿੱਚ ਜ਼ਿਕਰ ਮਿਲੇਗਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। 5 ਵਰਿਆਂ ਦਾ ਧਰੂ ਭਗਤ ਹੈ। ਮਹਾਰਾਜ ਕਹਿੰਦੇ ਨੇ ਅਕਲ ਸਿੱਖਣੀ ਹੈ ਨਾ ਰੱਬ ਨੂੰ ਪਾਉਣ ਦੀ, ਤੇ ਏਦਾਂ ਜਪ ਜਿੱਦਾਂ ਧਰੂ ਪ੍ਰਹਿਲਾਦ ਨੇ ਜਪਿਆ ਹੈ। ਜਦੋਂ ਕਦੇ ਭਾਈ ਨੰਦ ਲਾਲ ਨੂੰ ਪੜ੍ਹੋ, ਉਹਨਾਂ ਬੜਾ ਸੁੰਦਰ ਜ਼ਿਕਰ ਕੀਤਾ ਫਾਰਸੀ ਵਿੱਚ। ਬਸ ਬਜ਼ੁਰਗੀ ਹਸਤੇ ਅੰਦਰ ਯਾਦ ਊ, ਯਾਦ ਊ ਕੁਨ ਯਾਦ ਊ ਕੁਨ ਯਾਦ ਊ, ਕਰ ਬਜ਼ੁਰਗੀ ਪਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ। ਕਹਿੰਦੇ ਇਸ ਤੋਂ ਪਹਿਲਾਂ ਕਿ ਧੌਲੇ ਆ ਜਾਣ, ਜਰਾ ਹਾਵੀ ਹੋ ਜਾਵੇ, ਮੌਤ ਸਿਰ ਤੇ ਆਣ ਖਲੋਵੇ, ਖੁਰਾ ਖੋਜ ਮਿਟਾ ਦੇਵੇ, ਰੱਬ ਦੇ ਗੀਤ ਗਾ ਤੇ ਬਜ਼ੁਰਗ ਹੋ ਜਾ। ਇੱਥੇ ਭਾਵ ਹੈ ਗੁਣਾਂ ਦੇ ਸਹਿਤ ਹੋ ਜਾ, ਸਤ ਸੰਤੋਖ ਦਇਆ ਧਰਮ ਗੁਣਾਂ ਨੂੰ ਧਾਰ ਲੈ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੜ੍ਹਦੇ ਹੋ ਨਾ, ਮਹਾਰਾਜ ਨੇ ਇਹ ਗੱਲ ਸਾਫ਼ ਕਹੀ ਹੈ ਵੀ ਰੱਬ ਉਸ ਨੂੰ ਮਿਲਿਆ ਹੈ ਜਿਨਨੇ ਬਾਲਕਾਂ ਵਰਗੀ ਨਿਰਮਲ ਬੁੱਧੀ ਹਾਸਲ ਕੀਤੀ ਹੈ। ਹੁਣ ਬੱਚਿਆਂ ਦੀ ਬੁੱਧੀ ਬੜੀ ਪਾਕ ਹੁੰਦੀ ਹੈ, ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਹੰਕਾਰ। ਤੇ ਕਦੇ ਗਲੀ ਮਹੱਲੇ ਲੜ ਵੀ ਪੈਣ, ਗੁੱਸਾ ਆ ਵੀ ਜਾਵੇ ਤੇ 5 ਮਿੰਟਾਂ 'ਚ ਗੁੱਸਾ ਲੈ ਜਾਂਦਾ ਹੈ। ਕੋਈ ਵੈਰ ਵਿਰੋਧ ਨਹੀਂ, ਕੋਈ ਕਾਮ ਵਾਸ਼ਨਾ ਨਹੀਂ। ਕਹਿੰਦੇ ਜਿਹੜਾ ਇਸ ਅਵਸਥਾ ਤੇ ਪਹੁੰਚੇਗਾ, ਬਾਲ ਬੁੱਧ ਨੂੰ ਹਾਸਲ ਕਰੇਗਾ, ਉਹ ਪਰਮੇਸ਼ਵਰ ਤਾਈਂ ਪਹੁੰਚੇਗਾ। ਬਾਬਾ ਧੰਨਾ ਏਦਾਂ ਹੀ ਪਹੁੰਚਿਆ ਹੈ, ਬਾਣੀ ਦਾ ਹੀ ਫਰਮਾਨ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਧੰਨੈ ਸੇਵਿਆ ਬਾਲ ਬੁੱਧ। ਨਿਰਮਲ ਬੁੱਧੀ ਦੇ ਨਾਲ ਬਾਬੇ ਧੰਨੇ ਨੇ ਸੇਵਾ ਕੀਤੀ, ਅਕਾਲ ਪੁਰਖ ਪ੍ਰਗਟ ਹੋ ਗਿਆ। ਸੋ ਬੜੀ ਨਿਰਮਲ ਸਵੱਛ ਬੁੱਧੀ ਹੈ ਭਾਈ ਬੂੜੇ ਦੀ। ਪਰ ਅੱਜ ਗੁਰੂ ਨਾਨਕ ਸਾਹਿਬ ਦੇ ਗਲੂਏ ਚੋਂ ਨਿਕਲਿਆ ਬਾਤਾਂ ਬੁੱਢਿਆਂ ਵਾਲੀਆਂ ਕਰਦਾ ਹੈ, ਤੇ ਦੁਨੀਆ ਤੇ ਬਾਬਾ ਬੁੱਢਾ ਸਾਹਿਬ ਕਰਕੇ ਉਹ ਪ੍ਰਗਟ ਹੋ ਗਏ। ਨਾਮਕਰਨ ਗੁਰੂ ਨਾਨਕ ਸਾਹਿਬ ਨੇ ਨਵਾਂ ਕਰ ਦਿੱਤਾ। ਇਹ ਨਾਮ ਪ੍ਰਚਲਿਤ ਹੋਇਆ ਥੋੜੇ ਸਮੇਂ ਬਾਅਦ ਹੀ ਨਾ, ਛੋਟੀ ਉਮਰੇ ਹੀ ਮਨ ਵਿੱਚ ਧਾਰ ਲਿਆ ਵੀ ਹੁਣ ਮੈਂ ਗੁਰੂ ਸਾਹਿਬ ਦੇ ਦਰ ਤੇ ਰਹਿ ਕੇ ਕਰਤਾਰਪੁਰ ਖੁਦ ਖੁਦਾ ਗੁਰੂ ਨਾਨਕ ਦੀ ਸੇਵਾ ਕਰਕੇ ਨਜ਼ਾਤ ਹਾਸਲ ਕਰਨੀ ਹੈ, ਮੁਕਤੀ ਪਾਉਣੀ ਹੈ, 84 ਦੇ ਬੰਧਨ ਕੱਟਣੇ ਨੇ, ਇਹ ਜੀਵਨ ਚੋਂ ਰੋਗ ਸੋਗ ਮਿਟਾਉਣੇ ਨੇ। ਇਹ ਧਾਰ ਕੇ ਕਰਤਾਰਪੁਰ ਚਲੇ ਗਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ,
ਵੱਡੇ ਭਾਗ। ਗੁਰ ਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ। ਵੱਡੇ ਭਾਗ ਉਹਨਾਂ ਦੇ ਜਿਹੜੇ ਗੁਰੂ ਦੇ ਦਰ ਤੇ ਸੇਵਾ ਕਰਨ। ਮਹਾਰਾਜ ਕਹਿੰਦੇ ਮੁਰਾਰੀ ਭਾਵ ਅਕਾਲ ਪੁਰਖ ਅਤੇ ਗੁਰੂ ਵਿੱਚ ਫਰਕ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦਾ ਹੀ ਰੂਪ ਨੇ। ਕਰਤਾਰਪੁਰ ਸੇਵਾ ਕਰਨ ਬਾਬਾ ਜੀ। ਥੋੜਾ ਸਮਾਂ ਹੋਇਆ, ਜਵਾਨੀ ਚੜ੍ਹੀ ਤੇ ਮਾਤਾ ਪਿਤਾ ਦੀ ਇੱਛਾ ਸੀ ਵੀ ਹੁਣ ਗ੍ਰਸਤੀ ਹੋ ਜਾਓ। ਗ੍ਰਸਤ ਵਿੱਚ ਵੱਜਣਾ ਨਹੀਂ ਸੀ ਚਾਹੁੰਦੇ, ਪਰ ਆਪਣੇ ਮਾਤਾ ਪਿਤਾ ਦੇ ਬਚਨ ਨੂੰ ਵੀ ਨਾ ਮੋੜਿਆ। ਸਮਾਂ ਆਇਆ, ਮਾਤਾ ਪਿਤਾ ਦਾ ਹੁਕਮ ਮੰਨ ਕੇ ਬੀਬੀ ਮਿਰੋਆ ਦੇ ਨਾਲ ਸ਼ਾਦੀ ਕਰ ਲਈ। ਗੁਰੂ ਨਾਨਕ ਸਾਹਿਬ ਉਦੋਂ ਉਦਾਸੀਆਂ ਤੇ ਨਿਕਲੇ ਸਨ। ਕਾਹਦੇ ਲਈ ਨਿਕਲੇ ਨੇ ਤੁਸੀਂ ਜਾਣਦੇ ਹੋ। ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ। ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣ ਯਾਤਰਾਵਾਂ ਤੇ ਨਿਕਲੇ ਸਨ। ਹੁਣ ਬਾਬਾ ਬੁੱਢਾ ਜੀ ਦਾ ਵਿਆਹ ਸੀ, ਬਰਾਤ ਜਾਣੀ ਹੈ। ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਗੁਰੂ ਨਾਨਕ ਮਹਾਰਾਜ ਦੇ ਦੋਨੋਂ ਦਿਲਬੰਦ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਬਰਾਤ ਵਿੱਚ ਸ਼ਾਮਲ ਹੋਏ। ਤੁਸੀਂ ਵੇਖੋ ਬਾਬਾ ਬੁੱਢਾ ਜੀ ਦਾ ਕੈਸਾ ਰੁਤਬਾ ਹੋਵੇਗਾ। ਬਾਬਾ ਸ਼੍ਰੀ ਚੰਦ ਜੀ ਸੰਸਾਰ ਤੋਂ ਟੁੱਟ ਕੇ ਰਹੇ ਨੇ, ਨਿਰੰਕਾਰ ਵਾਲੇ ਪਾਸੇ ਜੁੜੇ ਰਹੇ ਨੇ। ਉਹਨਾਂ ਗੁਰੂ ਨਾਨਕ ਦਾ ਇਹ ਬਚਨ ਮੰਨਿਆ, ਨਾਨਕ ਕੈ ਘਰ ਕੇਵਲ ਨਾਮ। ਮੈਂ ਕਹਿੰਦੇ ਸੰਸਾਰ ਤੋਂ ਕੁਝ ਨਹੀਂ ਲੈਣਾ, ਸਮਾਧਾ ਠੀਕ ਹੈ, ਚੌਂਕੜਾ ਠੀਕ ਹੈ। ਫਿਰ ਵੀ ਦੁਨਿਆਵੀ ਕਾਰਜ ਵਿੱਚ ਸ਼ਾਮਲ ਹੋਏ ਬਾਬਾ ਬੁੱਢਾ ਜੀ ਦਾ ਸਤਿਕਾਰ ਇੰਨਾ ਕਰਦੇ ਨੇ ਜਿੰਨਾ ਸੰਸਾਰ ਦੀ ਕੋਈ ਕਾਰ ਨਹੀਂ ਕੀਤੀ, ਕੋਈ ਸੰਸਾਰੀ ਵਿਵਹਾਰ ਨਹੀਂ ਕੀਤਾ। ਉਹ ਇਸ ਸੰਸਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ। ਬਾਬਾ ਬੁੱਢਾ ਜੀ ਦੇ ਵਿਆਹ ਤੇ ਨਾਲ ਗਏ। ਕੁਝ ਸਮਾਂ ਬਾਬਾ ਬੁੱਢਾ ਜੀ ਵਿਆਹ ਕਰਵਾ ਕੇ ਰਮਦਾਸ ਰਹੇ। ਫਿਰ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਟਿਕ ਗਏ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰ ਉੱਤੇ ਸੇਵਾ ਕਰਦੇ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਨਾ, ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਸਾਨੂੰ ਸਮਝਾਈ ਹੈ। ਕਈ ਕਹਿ ਦਿੰਦੇ ਜੀ ਗ੍ਰਸਤ ਮਹਾਨ ਹੈ, ਗੁਰਾਂ ਨੇ ਇਦਾਂ ਕਿਹਾ ਹੈ, ਪਰ ਉਹ ਇਹ ਭੁੱਲ ਜਾਂਦੇ ਨੇ ਵੀ ਬੀਬੀ ਨਾਲ ਵਿਆਹ ਕਰਵਾ ਲਿਆ ਤੇ ਜਾਂ ਬੀਬੀ ਨੇ ਮਰਦ ਵਿਆਹ ਲਿਆ, ਇਹ ਵਿਆਹ ਹੋਣ ਨਾਲ ਹੀ ਮਹਾਨ ਨਹੀਂ ਹੋ ਗਿਆ। ਨਾਲ ਇੱਕ ਸ਼ਰਤ ਰੱਖੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਮਾਨ। ਵਿਆਹ ਭਾਵੇਂ ਤੇਰਾ ਹੋ ਗਿਆ, ਜੇ ਦਿਨ ਰਾਤ ਸੇਵਾ ਸਿਮਰਨ ਕਰੇਗਾ ਤੇ ਨਜ਼ਾਤ ਮਿਲਣੀ ਹੈ। ਵਿਆਹ ਕਰਵਾਉਣ ਨਾਲ ਹੀ ਮੁਕਤੀ ਨਹੀਂ ਮਿਲ ਜਾਂਦੀ। ਬਾਬਾ ਬੁੱਢਾ ਜੀ ਨੇ ਇਹ ਸਿਧਾਂਤ ਨਹੀਂ ਛੱਡਿਆ, ਗੁਰੂ ਨੂੰ ਨਹੀਂ ਛੱਡਿਆ, ਸੇਵਾ ਸਿਮਰਨ ਨਹੀਂ ਛੱਡਿਆ। ਗੁਰੂ ਨਾਨਕ ਸਾਹਿਬ ਦੇ ਦਰ ਤੇ ਸੇਵਾ ਕਰਦੇ ਨੇ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਮੈਂ ਸੰਖੇਪ ਵਿੱਚ ਹੀ ਉਹਨਾਂ ਦੀਆਂ ਸੇਵਾਵਾਂ ਬਾਰੇ ਦੱਸਾਂ ਤੁਹਾਨੂੰ। ਇੱਕ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੀ ਜਗ੍ਹਾ ਬਾਬੇ ਲਹਿਣੇ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਸਾਹਿਬ ਬਣਾਇਆ। ਔਰ ਜਿਹੜੀ ਗੁਰਤਾ ਗੱਦੀ ਦੇ ਤਿਲਕ ਦੀ ਮਰਿਆਦਾ ਹੈ, ਹਜ਼ਾਰਾਂ ਲੱਖਾਂ ਸਿੱਖ ਨੇ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ, ਪਰ ਚੁਣਿਆ ਕੌਣ ਗਿਆ? ਇਹ ਪਾਕ ਸੇਵਾ ਬਾਬਾ ਬੁੱਢਾ ਜੀ ਨਿਭਾਉਣਗੇ। ਇਹਦਾ ਮਤਲਬ ਸਿਰਮੌਰ ਸਿੱਖ ਸਨ। ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਨੂੰ ਸਿੱਖੀ ਦੀ ਫੁਲਵਾੜੀ ਪ੍ਰਫੁੱਲਤ ਕਰਨ ਦਾ ਵੱਡਾ ਕੇਂਦਰ ਬਣਾਇਆ। ਮੁੜ ਸੁਰਜੀਤ ਕੀਤਾ, ਵੱਡੀ ਧਰਮਸ਼ਾਲਾ ਬਣਾਈ ਔਰ ਉੱਥੇ ਜਿਹੜੀ ਗੁਰਮੁਖੀ ਲਿਪੀ ਹੈ ਉਹਦਾ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਤੇ ਉਹ ਸੇਵਾ ਸੌਂਪੀ ਗੁਰਮੁਖੀ ਲਿਪੀ ਪੜ੍ਹਾਉਣ ਦੀ ਬਾਬਾ ਬੁੱਢਾ ਜੀ ਨੂੰ। ਵਿਦਿਆ ਜਿਹੜੀ ਹੈ ਨਾ, ਚਾਹੇ ਦੁਨਿਆਵੀ ਹੈ ਚਾਹੇ ਅਧਿਆਤਮਕ ਹੈ, ਚਾਹੀਦੀਆਂ ਦੋਵੇਂ ਹੀ ਨੇ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ
विद्या विचारै पढ़ पढ़ पावै मान। मान लो दुनियावी विद्या तुसीं पढ़ी अफसर लगोगे, लोग सलूट मारनगे, तुहाडा अदब करनगे। अध्यात्मक विद्या पढ़ी खुदाया तक पहुँच गए, संत बन गए, महापुरुष बन गए, लोक दे नाल नाल परलोक च भी सलूट वजणगे। विद्या दोवें ही चाहीदियां ने। दुनियावी विद्या भी पढ़िया करो ते रब दे गीत भी गाया करो। बाबा बुढ़ा जी विद्यार्थियों नूं गुरमुखी लिपि पढ़ाउंदे ने। समा आया अंगद किरपा धार अमर सतगुर थिरकीओ। गुरु अंगद साहब अपने पंज भूतक शरीर नूं त्यागण तो पहला तीसरा गुरु नानक सतापित करते ने श्री गुरु अमरदास महाराज नूं खुदाया दे तख्त दा वारस थापदे ने। अज फिर बाबा बुढ़ा जी नूं गुरता गद्दी दा तिलक लाउण लई किहा जांदा है। गुरु अंगद साहिब दे हुक्म विच गुरु अमरदास साहिब सच्चे पातशाह ने सिੱਖੀ ਦਾ महान केंद्र प्रचार प्रसार ਲਈ श्री गोइंदवाल साहिब वसा ਦਿੱਤਾ। साडी 84 कटी जावे, साडे रोग सोग मिट जाण। एक बौली साहिब रची ते एक उथे सदा अकाल पुरख दी कीर्ति, रब दे गीत जेड़े सन एक रस गाए जाण लगे। हुण महाराज पातशाह बौली साहिब दी सेवा दा टक लवाउंदे ने बाबा बुढ़ा जी कोलों, और सिर ते मिट्टी दा टोकरा ढोया है बाबा बुढ़ा जी ने। होर सिੱਖੀ नूं प्रफुल्लित करन लई 22 मंजियां 22 प्रचारक भारत वर्ष अंदर थापे गुरु अमरदास जी ने, और 22 प्रचारकां दे उपर मुख प्रबंधक बाबा बुढ़ा जी लाए गए। समा आया अमरदास अमृत छत्र गुर रामह दियो। गुरु अमरदास पातशाह ने चोण कीती गुरु नानक दे तख्त दा चौथा वारस बाबा जेठा नूं स्थापित करदे ने गुरु रामदास बना दिता। अज फिर गुरता गद्दी दे तिलक दी मर्यादा बाबा बुढ़ा जी ने निभाई है। गुरु रामदास साहिब सच्चे पातशाह ने गुरु अमरदास जी दे हुक्म विच गुरु का चक रामदासपुर अमृतसर सिੱਖੀ ਦਾ महान केंद्र बनाउणा कीता। ते जे तुसीं अमृत सरोवर दा इतिहास जाणदे हो ते समझदे ही होगे भी सेवा दी सारी निगरानी बेर बाबा बुढ़ा जी जो प्रचलित है उहदे हेठां बह के बाबा बुढ़ा जी ने निभाई है। ये सब सेवावां उन्हां ने करवाइयां ने। गुरु रामदास दर्शन परस कह मथुरा अमृत बैण। समा आया गुरु रामदास पातशाह ने गुरु नानक साहिब दे तख्त दा आगामी वारस गुरु अर्जन साहिब नूं चुनिया। मूरत पंच प्रमाण पुरख गुरु अर्जन पिको नैण। दीन दुनिया दे मालक गुरु अर्जन साहिब नूं गुरता गद्दी दा तिलक देण वाले फिर बाबा बुढ़ा जी ने। ऐसा अदब सत्कार उन्हां दा गुरु घर दे विच रिहा है। हुण महाराज नूं सेवा मिल गई। जिस दिन श्री आद ग्रंथ साहिब दी बीड़ तैयार होई ना, संपादना कीती गुरु अर्जन साहिब ने, लखारी लाए भाई गुरदास जी। 1660 बिक्रमी संमत विच लिखत शुरू हुंदी है, 1661 बिक्रमी संमत दे विच ये संपूर्ण हुंदी है। ते तुसीं कदे गुरबिलास पातशाही छेवीं पढ़िओ, उहदे च जिक्र है करत विचार एह ठहराई। बुढ़ा जी सेवा निपुनाई, गुरु नानक इन दर्शन करे। सेवा में अत हित एह धरे,
ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਮਹਾਨ ਸੇਵਾ ਕਰਦੇ ਰਹੇ ਨੇ, ਭਾਵਨਾ ਵਾਲੇ ਗੁਰਮੁਖ ਨੇ। ਸੋ ਇਹ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਮੁਕਰਰ ਕੀਤੇ ਜਾਂਦੇ ਨੇ। ਉਦਣ ਤੋਂ ਗ੍ਰੰਥੀ ਸਿੱਖਾਂ ਦੀ ਮਰਿਆਦਾ ਚੱਲੀ ਹੈ। ਬੜਾ ਮਾਣ ਗੁਰੂ ਘਰ ਨੇ ਬਾਬਾ ਬੁੱਢਾ ਜੀ ਨੂੰ ਬਖਸ਼ਿਆ ਹੈ। ਤੇ ਜਿਹੜਾ ਦਿਹਾੜਾ ਤੁਸੀਂ ਅੱਜ ਮਨਾ ਰਹੇ ਹੋ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ, ਅਕਾਲ ਪੁਰਖ ਦਾ 6ਵਾਂ ਜਾਮਾ ਦੁਨੀਆ ਤੇ ਬਾਬਾ ਬੁੱਢਾ ਜੀ ਦੇ ਬਚਨ ਨਾਲ ਪ੍ਰਗਟ ਹੋਇਆ ਹੈ। ਗੁਰੂ ਅਰਜਨ ਸਾਹਿਬ ਤਖਤ ਤੇ ਬੈਠੇ ਨੇ ਤੇ ਤੁਹਾਡੇ ਮੇਰੇ ਵਰਗੇ ਭਿਖਾਰੀ ਚਰਨਾਂ 'ਚ ਬੈਠੇ ਨੇ। ਮੰਗਣੀ ਆਉਨੇ ਆ ਨਾ, ਮੰਗਣ ਆਈ ਹੈ ਬੜੀ ਸੰਗਤ। ਤਖਤ ਤੇ ਬਹਿਣ ਵਾਲੇ ਬਾਰੇ ਬਾਣੀ ਕਹਿੰਦੀ ਹੈ ਗੁਰੂ ਅਰਜਨ, ਜੇ ਇਹ ਗੱਲ ਕਹੀਏ ਨਾ ਤੂੰ ਰੱਬ ਵਰਗਾ ਹੈ ਤੇ ਇਹ ਵੀ ਗੁਨਾਹ ਹੈ। ਤੇ ਪੁੱਛੋ ਫਿਰ ਕੀ ਕਹਿਣਾ ਹੈ ਗੁਰੂ ਅਰਜਨ ਨੂੰ? ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ। ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ, ਗੁਰੂ ਅਰਜਨ ਰੱਬ ਹੈ। ਗੁਰੂ ਅਰਜਨ ਪਰਮੇਸ਼ਵਰ ਹੈ। ਗੁਰੂ ਅਰਜਨ ਇਜ਼ ਦਾ ਸੁਪਰੀਮ ਲਾਰਡ, ਖੁਦਾਇਆ ਹੈ ਗੁਰੂ ਅਰਜਨ। ਸਭ ਸੰਗਤਾਂ ਨੇ ਬੇਨਤੀ ਕੀਤੀ, ਝੋਲੀਆਂ ਭਰੀ ਜਾਂਦੇ ਨੇ। ਮਾਤਾ ਜੀ ਨੇ, ਮਾਤਾ ਗੰਗਾ ਜੀ ਨੇ ਆਖਿਆ, ਤੁਸੀਂ ਸਾਰਿਆਂ ਸਿੱਖਾਂ ਸੇਵਕਾਂ ਦੀ ਕਾਮਨਾ ਪੂਰੀ ਕਰਦੇ ਹੋ। ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਕਦੇ ਕਵੀ ਸੰਤੋਖ ਸਿੰਘ ਜੀ ਹੁਣਾਂ ਦੀ ਰਚਨਾ, ਦੁਨੀਆ ਦਾ ਸਭ ਤੋਂ ਵੱਡਾ ਕਾਵ ਰਚਨਾ ਦੇ ਵਿੱਚ ਇਤਿਹਾਸਕ ਗ੍ਰੰਥ ਜੇ ਹੈ ਕੋਈ ਤੇ ਉਹ ਹੈ ਸੂਰਜ ਪ੍ਰਕਾਸ਼ ਗ੍ਰੰਥ। ਉਹਦੇ 'ਚ ਜ਼ਿਕਰ ਮਿਲਦਾ ਹੈ, ਸਿੱਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ, ਵਿੱਤ ਸੁਖ ਆਦਿਕ ਸਕਲ ਸੁਖ ਦਾਏ ਕੋ, ਆਪ ਸਮਰੱਥ ਨਾਥ ਸਭੈ ਬਿਦ ਹਾਥ ਬਿਖੈ, ਕਿਰਪਾ ਸਾਤ ਕਹੋ ਬਾਕ ਸੁੰਦਰ ਸੋ ਨੰਦ ਕੋ। ਤੁਸੀਂ ਸਮਰੱਥ ਹੋ ਐ ਗੁਰੂ ਅਰਜਨ, ਤੁਸੀਂ ਪਰਮੇਸ਼ਵਰ ਦਾ ਸਰੂਪ ਹੋ। ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਆਪਣੇ ਘਰ ਵਿੱਚ ਗੁਰਤਾ ਗੱਦੀ ਦਾ ਅਗਲਾ ਵਾਰਸ ਹੈ ਨਹੀਂ ਹੈ। ਇੱਕ ਬਚਨ ਮੈਨੂੰ ਵੀ ਕਰ ਦਿਓ, ਘਰ ਵਿੱਚ ਲਾਲ ਪ੍ਰਗਟ ਹੋ ਜਾਵੇ। ਪ੍ਰਭੂ ਸ਼ਰੀਕ ਤਾਨੇ ਮਾਰਦੇ ਨੇ, ਕਹਿੰਦੇ ਨੇ ਇਹਨਾਂ ਦੇ ਘਰ ਵੰਸ਼ ਨਹੀਂ ਹੈ, ਗੁਰਤਾ ਗੱਦੀ ਦਾ ਮਾਲਕ ਨਹੀਂ ਹੈ। ਬਾਬਾ ਪ੍ਰਿਥਵੀ ਚੰਦ ਦਾ ਦਿਲਬੰਦ ਮਿਹਰਬਾਨ ਹੀ ਗੁਰਤਾ ਗੱਦੀ ਨੂੰ ਸਾਂਭੇਗਾ। ਤੇ ਮਹਾਰਾਜ ਤੁਹਾਡੀ ਅਜ਼ਮਤ ਐਸੀ ਹੈ, ਤੁਸੀਂ ਸੁੱਕਿਆ ਨੂੰ ਹਰੇ ਕਰ ਦਿੰਦੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਕਹੀ ਹੈ ਗੁਰੂ ਦੇ ਰੁਤਬੇ ਬਾਰੇ, ਜਿਤੜੇ ਫਲ ਮਨ ਬਾਂਛੀਐ ਹੈ, ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ। ਗੁਰਮਤਿ ਅਨੁਸਾਰ ਤੇਰੀ ਹਰ ਮਨ ਦੀ ਇੱਛਾ ਗੁਰੂ ਅਰਜਨ ਸਾਹਿਬ ਪੂਰੀ ਕਰ ਸਕਦੇ ਨੇ। ਉਹ ਝੋਲੀਆਂ ਭਰਨ ਵਾਲੇ ਨੇ, ਜੋ ਵੀ ਤੇਰਾ ਮਨ ਮੰਗੇ ਉਹ ਤੈਨੂੰ ਮਿਲ ਜਾਵੇਗਾ। ਇਹ ਗੁਰੂ ਦੀ ਪਹੁੰਚ ਹੈ, ਅਜ਼ਮਤ ਹੈ। Whatever your mind desires will come to pass। ਕੋਈ ਵੀ ਇੱਛਾ ਹੋਵੇ ਗੁਰੂ ਝੋਲੀ ਭਰ ਦਿੰਦਾ ਹੈ। ਮਹਾਰਾਜ ਨਾ ਅੰਤਰ ਧਿਆਨ ਹੋ ਗਏ ਤੇ ਮਾਤਾ ਗੰਗਾ ਜੀ ਨੂੰ ਆਖਣ ਲੱਗੇ, ਕਰਮਾਂ ਵਿੱਚ ਨਹੀਂ ਹੈ। ਹੁਣ ਖੁਦ ਖੁਦਾ ਗੁਰੂ ਅਰਜਨ ਸਾਹਿਬ ਜੇ ਪਰਮੇਸ਼ਵਰ ਦਾ ਰੂਪ ਨੇ ਤੇ ਜਿਹੜੀ ਉਹਨਾਂ ਨਾਲ ਵਿਆਹੀ ਹੈ ਸਾਡੀ ਮਾਤਾ, ਉਹ ਵੀ ਕੀ ਪਤਾ ਕਿੰਨਿਆਂ ਜਨਮਾਂ ਜਨਮੰਤਰਾਂ ਦੀ ਬੰਦਗੀ ਹੋਵੇਗੀ ਦੇ ਖਸਮ ਖੁਦਾ ਮਿਲਿਆ ਏ। ਤੇ ਉਹ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿੰਦੀ, ਮਹਾਰਾਜ ਜੇ ਤੁਸੀਂ ਉਦੋਂ ਨਹੀਂ ਲਿਖਿਆ ਨਿਰਗੁਣ ਸਰੂਪ ਵਿੱਚ ਤੇ ਅੱਜ ਲਿਖ ਦਿਓ। ਹੁਣ ਸਰਗੁਣ ਸਰੂਪ ਵਿੱਚ ਹੋ, ਹੁਣ ਬਚਨ ਕਰ ਦਿਓ। ਬਾਣੀ ਕਹਿੰਦੀ ਹੈ, ਚਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਆ।
ਅਕਾਲ ਪੁਰਖ ਤੋਂ 4 ਪ੍ਰਗਟ ਹੋਏ, ਗੁਰੂ ਨਾਨਕ ਤੋਂ ਲੈ ਕੇ ਗੁਰੂ ਰਾਮਦਾਸ, ਤੇ ਪੰਚਾਇਣ ਵੀ ਅਕਾਲ ਪੁਰਖ ਆਪ ਹੀ ਪ੍ਰਗਟ ਹੋਇਆ ਹੈ। ਜੇ ਨਿਰਗੁਣ ਹੈ ਤੇ ਤੂੰ ਸਰਗੁਣ ਵੀ ਹੈ। ਉਦੋਂ ਨਹੀਂ ਲਿਖਿਆ ਤੇ ਹੁਣ ਲਿਖਦੇ ਵੱਡੀ ਗੱਲ ਨਹੀਂ ਹੈ ਤੇਰੇ ਲਈ। ਤੁਸੀਂ ਆਖੋਗੇ ਇਦਾਂ ਹੋ ਸਕਦਾ, ਕਰਾਮਾਤ ਹੋ ਸਕਦੀ ਹੈ। ਮੈਂ ਬੇਨਤੀ ਕਰਾਂ, ਸਿੱਖੀ ਕਰਾਮਾਤ ਤੇ ਖਲੋਤੀ ਹੈ ਤੇ ਇਸ ਪਾਵਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਵੱਧ ਕੇ ਤੁਹਾਨੂੰ ਕਿਧਰੇ ਵੀ ਕੋਈ ਉਦਾਹਰਣ ਨਹੀਂ ਲੱਭੇਗੀ ਕਰਾਮਾਤਾਂ ਦੀ। ਇੱਥੇ ਰੋਜ਼ ਹੀ ਕਰਾਮਾਤਾਂ ਵਰਤਦੀਆਂ ਨੇ, ਸੁੱਕਿਆਂ ਨੂੰ ਭਾਗ ਲੱਗ ਰਹੇ ਨੇ, ਫਲ ਪੈ ਰਹੇ ਨੇ। ਮੈਂ ਬਾਣੀ ਚੋਂ ਸਿੱਧ ਕਰਾਂਗਾ ਵੀ ਕਰਾਮਾਤ ਹੈ। ਇਹ ਪਤਾ ਨਹੀਂ ਤੁਹਾਨੂੰ ਕੌਣ ਗੁੰਮਰਾਹ ਕਰ ਜਾਂਦਾ। ਸਟੇਜ ਤੇ ਕਈ ਪ੍ਰਚਾਰਕ ਸਾਡੇ ਹੀ ਕਰੀ ਜਾਣਗੇ, ਕਰਾਮਾਤ ਹੈ ਨਹੀਂ ਗੁਰੂ ਘਰ ਵਿੱਚ। ਜੇ ਝੋਲੀਆਂ ਨਾ ਭਰਨ, ਕਰਾਮਾਤ ਨਾ ਹੋਵੇ ਗੁਰੂ ਘਰ ਵਿੱਚ, ਤੇ ਆ ਇੰਨੀ ਫੌਜ ਕਿੱਧਰ ਤੁਰੀ ਫਿਰਦੀ ਹੈ। ਕੁਝ ਮਿਲਦਾ ਹੀ ਹੈ ਤੇ ਬੈਠੇ ਹੋ ਨਾ। ਤਕਰੀਬਨ 2 ਘੰਟੇ ਦਾਸ ਨੂੰ ਲੱਗ ਗਏ, ਗੱਡੀ ਰਸਤੇ 'ਚ ਰੋਕ ਕੇ ਆਉਣਾ ਪਿਆ। ਤੇ ਮੈਂ ਮਾਲਵੇ ਤੋਂ ਹੀ ਅੱਜ ਆਇਆ, ਇੱਧਰੋਂ ਮੋਗੇ ਵੱਲੋਂ। ਇੰਨੇ ਕੁ ਲੰਗਰ ਨੇ, ਇੰਨੀ ਕੁ ਸੰਗਤ ਹੈ, ਕੋਈ ਗਿਣਤੀ ਨਹੀਂ। ਜਿਵੇਂ ਹੋਲਾ ਮਹੱਲਾ ਹੈ ਨਾ ਅਨੰਦਪੁਰ ਦੀ ਪਾਵਨ ਧਰਤੀ ਤੇ, ਜਿਵੇਂ ਫਤਿਹਗੜ੍ਹ ਸਾਹਿਬ ਦਾ ਪਾਵਨ ਸ਼ਹੀਦੀ, ਉਹ ਮਹਾਨ ਸਾਕੇ ਬਾਬਤ ਗੁਰਮਤਿ ਸਮਾਗਮਾਂ ਦਾ ਦੌਰ ਹੁੰਦਾ ਹੈ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੋਇੰਦਵਾਲ ਦੀ ਪਾਵਨ ਧਰਤੀ ਤੇ ਜੋੜ ਮੇਲਾ ਹੁੰਦਾ ਹੈ, ਇਸ ਪ੍ਰਕਾਰ ਦੇ ਨਾਲ ਗੁਰੂ ਕੇ ਪਿਆਰੇ ਬਾਬਾ ਬੁੱਢਾ ਜੀ ਦੇ ਦਰ ਤੇ ਰੌਣਕਾਂ ਨੇ। ਜੇ ਕਰਾਮਾਤ ਨਾ ਹੋਵੇ ਤੇ ਲੈਣ ਕੀ ਆਉਂਦੇ ਆ। ਉਹ ਖੁਦਾ ਆਪ ਪੰਚਮ ਗੁਰੂ ਅਰਜਨ ਬਣ ਕੇ ਪ੍ਰਗਟ ਹੋਏ। ਤੇ ਕਿਵੇਂ ਪ੍ਰਗਟ ਹੋਏ? ਆਖਣ ਲੱਗੇ ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਜਿੰਨੇ ਵੀ ਅੱਗੇ ਰਹਿਬਰ ਮਹਾਂਪੁਰਸ਼ ਆਏ, ਉਹਨਾਂ ਨੂੰ ਦੂਣੀ ਚੌਣੀ ਕਰਾਮਾਤ ਲੈ ਕੇ ਆਏ ਨੇ। ਭਾਵ ਅੱਗੇ ਜਿਤਨੇ ਵੀ ਸਾਧੂ ਸੰਤ ਆਏ, ਉਹ ਰੱਬ ਦੇ ਹੁਕਮ ਵਿੱਚ ਸੇਵਕ ਆਏ ਨੇ। ਇਸ ਵਾਰ ਖੁਦਾਇਆ ਦੂਣੀ ਚੌਣੀ ਕਰਾਮਾਤ ਦੇ ਸਹਿਤ ਆਪ ਪ੍ਰਗਟ ਹੋਇਆ ਹੈ। ਗੁਰੂ ਅਰਜਨ ਗੋਟ ਆਲ ਦਾ ਮਿਰਾਕੂਲਸ ਪਾਵਰਸ। ਇੰਗਲਿਸ਼ ਦੇ ਟੀਕਾਕਾਰ ਮੰਨਦੇ ਨੇ ਵੀ ਗੁਰੂ ਕਰਾਮਾਤੀ ਹੈ, ਤੇ ਸਾਡੇ 2-4 ਕਿਤਾਬਾਂ ਪੜ੍ਹੇ ਆਖਣਗੇ ਕਰਾਮਾਤ ਹੈ ਨਹੀਂ ਸਿੱਖੀ ਵਿੱਚ। ਮਹਾਰਾਜ ਸਹਿ ਸੁਭਾ ਮਾਤਾ ਗੰਗਾ ਜੀ ਨੂੰ ਕਹਿੰਦੇ ਵੀ ਜੇ ਅਸੀਂ ਆਪਣੇ ਨਿਰਗੁਣ ਸਰੂਪ ਦੀ ਲਿਖਤ ਨਹੀਂ ਮੰਨਾਂਗੇ, ਘਰ ਵਿੱਚ ਅਜ਼ਮਤ ਵਿਖਾਵਾਂਗੇ, ਤੇ ਲੋਕਾਂ ਨੂੰ ਕਿਵੇਂ ਉਪਦੇਸ਼ ਕਰਾਂਗੇ ਵੀ ਰੋਗ ਸੋਗ ਉਹਦੇ ਹੁਕਮ ਵਿੱਚ ਨੇ, ਭਾਣਾ ਮੰਨੋ। ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਨਾ, ਉੱਥੇ ਇੱਕ ਜ਼ਿਕਰ ਮਿਲਦਾ ਹੈ, ਤਿਸਕਾ ਭਾਣਾ ਲਾਗੈ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਬੂਠਾ। ਮਹਾਰਾਜ ਕਹਿੰਦੇ ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਪੈਂਦਾ ਹੈ। ਇਹ ਠੀਕ ਹੈ, ਗੁਰੂ ਸਾਹਿਬ ਸੇਵਕਾਂ ਦੀਆਂ ਝੋਲੀਆਂ ਭਰਦੇ ਨੇ, ਸੁੱਕਿਆਂ ਨੂੰ ਹਰੇ ਕਰਦੇ ਨੇ, ਕਰਮਗਤ ਬਦਲ ਦਿੰਦੇ ਨੇ। ਪਰ ਗੁਰੂ ਸਾਹਿਬ ਕਦੇ ਵੀ ਆਪਣੇ ਘਰ ਵਿੱਚ ਅਜ਼ਮਤ ਨਹੀਂ ਵਿਖਾਉਂਦੇ, ਕਿਉਂਕਿ ਜੇ ਆਪ ਕਰਨੀ ਨੂੰ ਕੱਟਣਗੇ ਆਪਣੀ ਨੂੰ, ਤੇ ਲੁਕਾਈ ਆਖੇਗੀ ਉਪਦੇਸ਼ ਕਿਉਂ ਦਿੰਦੇ ਹੋ ਹੁਕਮ ਵਿੱਚ। ਚਲੋ ਤੁਸੀਂ ਆਪ ਕਿਹੜਾ ਹੁਕਮ ਮੰਨਿਆ ਹੈ? ਆਪਣੇ ਪਿਆਰੇ ਸੇਵਕਾਂ ਦੀ ਫਰਿਆਦ ਸੁਣ ਕੇ ਕਰਮ ਵੀ ਬਦਲ ਦਿੰਦੇ ਨੇ। ਇਹ ਬਾਣੀ ਕਹਿੰਦੀ ਹੈ। ਮਹਾਰਾਜ ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਨਥਿੰਗ ਇਜ਼ ਬਿਯੋਂਡ ਗੁਰੂ ਅਰਜਨ, ਜੋ ਚਾਵੇ ਕਰ ਸਕਦਾ ਹੈ ਉਹ। ਪਰ ਆਪਣੇ ਘਰ ਵਿੱਚ ਅਜ਼ਮਤ ਨਹੀਂ ਵਿਖਾਉਂਦੇ। ਵੇਖੋ ਗੁਰੂ ਦੀ ਇਹ ਤਾਕਤ ਹੈ, ਨਾ ਸੁੱਖ ਨਾ ਦੁੱਖ, ਨਾ ਰੋਗ ਨਾ ਸੋਗ, ਉਹ ਡੋਲਦਾ ਨਹੀਂ ਹੈ। ਬੰਦਾ ਡੋਲੇਗਾ, ਸੁੱਖ ਵਿੱਚ ਖਿੜਿਆ ਹੈ, ਦੁੱਖ ਵਿੱਚ ਡੋਲੇਗਾ। ਵੱਡੇ ਵੱਡੇ ਮਹਾਤਮਾ ਡੋਲ ਜਾਂਦੇ ਨੇ। ਗੁਰੂ ਸਾਹਿਬ ਦੇ ਕੋਈ ਅਸਰ ਨਹੀਂ ਹੈ ਵੀ ਘਰ ਵਿੱਚ ਬਾਲਕ ਹੈ, ਗੁਰਤਾ ਗੱਦੀ ਦਾ ਮਾਲਕ ਹੈ ਜਾਂ ਨਹੀਂ ਹੈ। ਬਾਣੀ ਕਹਿੰਦੀ ਹੈ ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਐਵੇਂ ਨਹੀਂ ਭਗਵਾਨ ਕਿਹਾ ਗੁਰੂ ਨੂੰ, ਐਵੇਂ ਨਹੀਂ ਖੁਦਾ ਦੀ ਜਾਗਦੀ ਜਿਉਂਦੀ ਮੂਰਤ ਕਿਹਾ ਗੁਰੂ ਨੂੰ। ਕਹਿੰਦੇ ਸੁੱਖ ਤੇ ਦੁੱਖ ਤੋਂ ਰਹਿਤ ਉਹਦਾ ਮਰਾਤਬਾ ਹੈ, ਰੁਤਬਾ ਹੈ। ਮਾਂ ਨੇ ਫਿਰ ਪੱਲਾ ਪਾ ਕੇ ਬੇਨਤੀ ਕੀਤੀ, ਐ ਪਤੀ ਪਰਮੇਸ਼ਰ, ਕੋਈ
कोई ते रस्ता होवेगा ना। मैं एक औरत हाँ और औरत दी ये इच्छा हुंदी है भी ओनू मां बन के सुख हासिल होवे। ते किरपा करो, मेहर करो, कोई रस्ता ही दिखा दिओ। जे तुसीं संगत दी बेनती ते कर्मगत बदल सकदे हो, कोई रस्ता ते होवेगा ना। ते गुरु अर्जन साहब सच्चे पातशाह ने ना गलूए मुबारक चों एक बोल किया। कवि संतोख सिंह लिखदे ने, राखा रह घास को ना गमने आवास को, दरस कर तास को शक्त बर देन की, साहिब सो बुढ़ा नाम महागुण बृंद धाम, ज्ञान अभिराम शेर मोह सम एन की। ज्ञान विचो सी है, सी शेर है, ते मोह जेड़ा है ना, मोह वर्गे गिदड़ नूं उहने जित्या होया है। विकारां तो वो रहत है ते ओ पीड़ साहब गुरु घर दी खेती करदा है। हथीं सेवा करते ने, भावें बिरद ने ते संगतां तो सेवा करवाउंदे ने। तुसीं उन्हां दे दर्शन करो। गुरु नानक साहिब तो लैके अज ताईं सेवा करते आ रहे ने। जे ओ गुरु नानक साहिब नूं बेनती कर देण, अंतर ध्यान हो के सानूं बेनती कर देण, ते असीं कर्मगत बदल सकदे हां। मतलब समझियो, जिथे ब्लड रिलेशन का रिश्ता है, परिवारक संबंध है, ਉਹਦੇ नालों वध के अपने सेवक का अदब है गुरु घर दे अंदर। सेवा की ऐसी महानता है। महाराज ने साफ किया बाणी विच, कहंदे जे मैं कोई वचन करा ना, दुनिया की कोई ताकत नहीं कट सकती। ते जे साधु आके कह दवे महाराज इदां ना करो, बख्श दिओ, ते मैं अपना वचन कट लवांगा। पर जे साध दे गलूए मुबारक चों कोई वचन हो गया ते ओदी वजी गंढ नूं मैं भी नहीं खोल सकदा। इन्ना प्यार है अपने साधुआं सतपुरुषां दे नाल। मेरी बांधी भगत छडावै, बांधे भगत ना छूटै, मोहे एक समय मोह को गह बांधै, तो फुन मोह पै जवाब ना होए। ऐसा अदब है साधुआं दा, संतां दा। समर्थ गुरु अर्जन साहिब सच्चे पातशाह अपने सेवक नूं वडियाई देण लगे ने। अज आप जो चाहे कर सकते ने। बाबा बुढ़ा जी दी बल्ले बल्ले करवाउणी है दुनिया ते, क्योंकि उन्हां दी सेवा ही सिख जगत विच सब तो वध के है। महाराज ने वचन कर दिते, जेड़ा भी उहदे हुक्म च चलदा है ना, गुरु घर दी सेवा करदा है, सतगुर कै भाणै जो चलै तिस वडियाई वड्डी होए, हर का नाम उत्तम मन वसै मेट ना सकै कोई। गुरु दे हुक्म विच चलोगे ते वड्डी वडियाई होवे। जैसी बाबा बुढ़ा जी दी, भाई गुरदास जी दी, बाबा बिधि चंद दी, बाबा जेठा जी दी, बाबा दीप सिंह दी, जितने भी महात्मा सतपुरुष ने, सबना दी वडियाई वड्डी गुरु दे हुक्म विच चल के हुई है। अजोके समय च संत अतर सिंह जी महाराज तो चल पो संत जरनैल सिंह पिंडरां वालियां तक, जेड़ा गुरु ते अकीदा रखेगा ओदी जय जयकार दुनिया ते रही है ते रवेगी। हुण माता गंगा जी ये गल समझते ने भी बाबा बुढ़ा जी जमींदार ने, ते किरती जमींदारां दा एक सुभाਅ हुंदा है भी जदों खेती करदे ने ना, सुभावक ही मिसियां रोटियां पसंद करदे ने, नाल गंढा छक लेना, चार छक लेना, मक्खण घिओ लस्सी छक लैनी। होर अजकल वाले पदार्थ उदों है नहीं सी। माता जी आप अमृत वेले उठे, हथीं मिसियां रोटियां तैयार कीतियां, गोली नाल पैदल चल के बीड़ बाबा बुढ़ा साहब जी वाल आ गए।
ਜਦੋਂ ਮਾਤਾ ਜੀ ਇੱਥੇ ਆਏ ਵੇਖਿਆ ਬਾਬਾ ਬੁੱਢਾ ਜੀ ਨੇ ਸਿਰ ਤੇ ਪੋਟਲੀ ਹੈ ਤੇ ਹੱਥ ਜੋੜ ਕੇ ਨਮਸਕਾਰ ਕੀਤੀ, ਸਜਦਾ ਕੀਤਾ ਜਗਤ ਮਾਤਾ ਗੰਗਾ ਜੀ ਨੂੰ। ਸਤਿਕਾਰ ਦੇ ਨਾਲ ਪੋਟਲੀ ਪਕੜ ਕੇ ਮਾਤਾ ਜੀ ਨੂੰ ਬਿਠਾਇਆ, ਆਪ ਬੈਠੇ ਨੇ। ਕਮਾਲ ਦੇ ਬਚਨ ਉਸ ਮਹਾਪੁਰਸ਼ ਦੇ ਗਲੂਏ ਚੋਂ ਨਿਕਲੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਸੁਤ ਕੋ ਸ਼ੁਦਤ ਜਨਨ ਜਬ ਜਾਨਤ, ਸਭ ਤਜ ਕਰ ਤਸ ਕੋ ਤ੍ਰਿਪਤਾਏ, ਤਿਮਹੇ ਮਾਤ ਮੋਹਿ ਤ੍ਰਿਪਤਾਏ, ਸੋ ਸ਼ੁਦਤ ਤ੍ਰਿਪਤ ਲਖ ਕੈ ਸਹਿ ਸਾਏ। ਕਹਿੰਦੇ ਮਾਂ, ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਨਾ ਤੇ ਮਾਂ ਦਾ ਆਂਦਰਾਂ ਦਾ ਮੋਹ ਹੁੰਦਾ ਬੱਚੇ ਨਾਲ। ਸਾਰੇ ਕਾਰਜ ਛੱਡ ਕੇ ਤੇ ਬੱਚੇ ਲਈ ਪ੍ਰਸ਼ਾਦਾ ਤਿਆਰ ਕਰਕੇ ਉਹਦੀ ਭੁੱਖ ਦੀ ਪੂਰਤੀ ਕਰ ਦਿੰਦੀ ਹੈ। ਤੇ ਮਾਂ ਦਾ ਬਿਰਧ ਐਸਾ ਹੈ, ਮਾਂ ਕੋਲੋਂ ਮੰਗਣਾ ਵੀ ਨਹੀਂ ਪੈਂਦਾ ਵੀ ਭੁੱਖ ਲੱਗੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਗੱਲ ਲਿਖੀ ਹੈ, ਕਹਿੰਦੇ ਜੈਸੇ ਭੂਖੇ ਭੋਜਨ ਮਾਤ। 5-7 ਕਾਕੇ ਹੋਣ ਨਾ ਮਾਈ ਦੇ, ਤੇ ਉਹਨੂੰ ਸਮਝ ਹੁੰਦੀ ਹੈ ਵੀ ਛੋਟਾ ਇਸ ਸਮੇਂ ਪ੍ਰਸ਼ਾਦਾ ਛਕਦਾ ਹੈ, ਵੱਡਾ ਇਸ ਸਮੇਂ ਛਕਦਾ ਹੈ, ਵਿਚਾਲੜਾ ਇਸ ਸਮੇਂ ਛਕਦਾ ਹੈ। ਬਿਨਾਂ ਮੰਗਿਆਂ ਹੀ ਜਾਣਦੀ ਹੈ ਵੀ ਇਹਨੂੰ ਕਿਹੜੇ ਟਾਈਮ ਭੁੱਖ ਲੱਗਦੀ ਹੈ। ਕਾਰਨ ਹੈ 9-10 ਮਹੀਨੇ ਆਪਣੀਆਂ ਆਂਦਰਾਂ ਵਿੱਚ ਪਾਲਿਆ ਹੈ ਤੈਨੂੰ ਉਹਨੇ। ਅੱਛਾ, ਮਿਤਰੇ ਹੀ ਨਹੀਂ ਸਮਝੇਗੀ, ਇਹ ਉਹ ਮਾਂ ਸਮਝੇਗੀ ਜਿਹਨੇ ਕੁੱਖ 'ਚ ਰੱਖਿਆ ਹੈ। ਬਾਣੀ ਕਹਿੰਦੀ ਹੈ ਜਦੋਂ ਭੁੱਖ ਲੱਗੇ ਨਾ ਤੇ ਮਾਂ ਜਾਣਦੀ ਹੈ, ਫਿਰ ਉਹ ਭੋਜਨ ਛਕਾਉਂਦੀ ਹੈ, ਫਿਰ ਭੁੱਖ ਨੂੰ ਭੋਜਨ ਮਾਤ ਪਾਉਂਦਾ ਹੈ, ਤੂੰ ਫਿਰ ਰੱਜ ਜਾਣਾ ਹੈ। ਬੜੇ ਖੁਸ਼ ਹੋ ਕੇ ਪ੍ਰਸ਼ਾਦਾ ਛਕ ਰਹੇ ਨੇ ਤੇ ਮਾਤਾ ਜੀ ਦੇ ਗਲੂਏ ਮੁਬਾਰਕ ਚੋਂ ਬੋਲ ਨਿਕਲੇ। ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੁੱਲ ਜਹਾਨ ਦੀਆਂ ਝੋਲੀਆਂ ਭਰਦੇ ਨੇ, ਘਰ ਵਿੱਚ ਵੰਸ ਨਹੀਂ ਹੈ। ਬਾਬਾ ਪ੍ਰਿਥੀ ਚੰਦ ਜੀ ਦਾ ਪਰਿਵਾਰ ਮਿਹਣੇ ਮਾਰਦਾ ਹੈ, ਤੁਸੀਂ ਅਰਦਾਸ ਬੇਨਤੀ ਕਰੋ ਤੇ ਗੁਰਤਾ ਗੱਦੀ ਦਾ ਵਾਰਸ ਪ੍ਰਗਟ ਹੋਵੇ। ਕਵੀ ਸੰਤੋਖ ਸਿੰਘ ਜੀ ਦੇ ਬੋਲ ਨੇ, ਬੁੱਢੇ ਸ਼ਰੋਨ ਸੁਣ ਕੈ ਜਵਾਬ ਦੀਨ ਭੰਨ ਕੈ। ਐ ਮਾਂ, ਮੈਂ ਤੁਹਾਡੇ ਦਰ ਦਾ ਬੀੜ ਦਾ ਰਾਖਾ, ਮੈਂ ਘਾਹ ਖੋਦਦਾ ਤੁਹਾਡੇ ਦਰ ਤੇ, ਮੈਂ ਤੁਹਾਡਾ ਸੇਵਕ ਹਾਂ। ਮੇਰੇ ਬਚਨ ਨਾਲ ਪੁੱਤਰ ਕਿਵੇਂ ਪੈਦਾ ਹੋਵੇਗਾ? ਕੁੱਲ ਕਾਇਨਾਤ ਦਾ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੈ। ਮੈਂ ਤੇ ਆਪ ਜੋ ਇੱਛਾ ਹੋਵੇ ਉਹਦੇ ਕੋਲੋਂ ਮੰਗਦਾ ਹਾਂ, ਉਹੀ ਝੋਲੀਆਂ ਭਰਨ ਵਾਲੇ ਨੇ। ਮੇਰੇ ਵਿੱਚ ਮਾਂ ਐਸੀ ਸ਼ਕਤੀ ਨਹੀਂ ਹੈ। ਗੁਰੂ ਘਰ ਅਜ਼ਮਤਾਂ ਨਾਲ ਸ਼ਰਸਾਰ ਹੈ, ਹਰ ਸੇਵਕ ਦੇ ਮਨੋਰਥ ਗੁਰੂ ਪੂਰੇ ਕਰਦਾ ਹੈ। ਮਾਂ, ਗੁਰੂ ਅਰਜਨ ਸਾਹਿਬ ਨੂੰ ਨਾ ਕਈ ਮੀਲ ਦੀ ਦੂਰੀ ਤੇ ਵੀ ਕੋਈ ਜਗਿਆਸੂ ਯਾਦ ਕਰ ਲਵੇ ਤੇ ਉਹ ਬੌੜਦੇ ਨੇ, ਪਹੁੰਚਦੇ ਨੇ, ਪ੍ਰਗਟ ਹੋ ਕੇ ਸਹਾਇਤਾ ਕਰਦੇ ਨੇ। ਉਹਨਾਂ ਨਾਲੋਂ ਵੱਡਾ ਦਾਤਾਰ ਦੁਨੀਆ ਤੇ ਕੋਈ ਨਹੀਂ ਹੈ। ਬਾਣੀ ਕਹਿੰਦੀ ਹੈ ਨਾ, ਸਤਿਗੁਰ ਨੋ ਜਿਹਾ ਕੋ ਇਸ਼ਦਾ ਤੇਹਾ ਫਲ ਪਾਏ ਕੋਏ। ਜੈਸੀ ਇੱਛਾ ਹੋਵੇ ਗੁਰੂ ਸਾਹਿਬ ਉਹ ਪੂਰੀ ਕਰ ਦਿੰਦੇ ਨੇ। ਤੇ ਮੈਂ ਕੀ ਅਰਦਾਸ ਕਰ ਸਕਦਾ ਹਾਂ? ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੂ ਕਿਛ ਗੁੱਝਾ ਨਾ ਹੋਏ। ਉਹ ਕਰਤਾ ਹੈ, ਉਹ ਸਭ ਜਾਣਦਾ ਹੈ, ਝੋਲੀਆਂ ਭਰਨ ਵਾਲਾ ਹੈ। ਤੁਸੀਂ ਉਹਨਾਂ ਨੂੰ ਹੀ ਬੇਨਤੀ ਕਰੋ। ਮਾਤਾ ਜੀ ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤਾਈਂ ਗੁਰੂ ਅਰਜਨ ਸਾਹਿਬ ਦੀ ਸੇਵਾ ਕੀਤੀ ਹੈ। ਤੁਹਾਡਾ ਬਚਨ ਉਹ ਨਹੀਂ ਮੋੜਦੇ, ਪਰਿਵਾਰ ਦਾ ਮੋੜ ਸਕਦੇ ਨੇ। ਤੁਸੀਂ ਸੇਵਾ ਸਿਮਰਨ ਦੇ ਨਾਲ ਉਹਨੂੰ ਜਿੱਤਿਆ ਹੋਇਆ ਹੈ। ਜੇ ਤੁਸੀਂ ਅਰਦਾਸ ਕਰੋ ਆਪਣੀ ਮਾਂ ਲਈ, ਮੇਰੇ ਲਈ, ਤੇ ਫਿਰ ਭਾਗ ਲੱਗ ਸਕਦੇ ਨੇ। ਮੈਨੂੰ ਇਹ ਭਰੋਸਾ ਹੈ। ਕਹਿੰਦੇ ਮਾਤਾ ਜੀ, ਚਲੋ ਮੈਂ ਹੈ ਤੁਹਾਡੇ ਘਰ ਦਾ ਸੇਵਕ, ਪਰ ਅੱਜ ਮੈਂ ਆਪਣੀ ਮਾਂ ਲਈ
ਨਾਨਕ ਨਿਰੰਕਾਰੀ ਅੱਗੇ ਗੁਰੂ ਅਰਜਨ ਸਾਹਿਬ ਅੱਗੇ ਅਰਦਾਸ ਕਰਨ ਲੱਗਾ। ਉਧਰੋਂ ਨਾ ਬੱਦਲ ਗੱਜੇ, ਉਧਰੋਂ ਬਿਜਲੀ ਚਮਕੀ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੋਲਿਓ ਵੱਡ ਉਤਸ਼ਾਹ ਬਡਾਵਤ, ਧਨ ਮਾਤ ਆਵਨ ਪਾਕ ਤੋਹੇ, ਰਣ ਪ੍ਰੇਰਣ ਕਮਸ਼ਾਨ ਮਚਾਵੈ ਹੈ, ਦੁਸ਼ਟ ਖਪਾਵੈ ਹੈ ਕਰ ਕੈ ਕਰੋਹੇ। ਐ ਮਾਂ ਤੂੰ ਅੱਜ ਇੱਥੇ ਪਹੁੰਚੀ ਐ ਮੇਰੇ ਪਾਸ, ਮੈਂ ਗੁਰੂ ਨਾਨਕ ਗੁਰੂ ਅਰਜਨ ਅੱਗੇ ਅਰਦਾਸ ਕਰਦਾ ਹਾਂ, ਜਿਵੇਂ ਇਹ ਬੱਦਲ ਗਰਜਦੇ ਨੇ, ਬਿਜਲੀ ਚਮਕਦੀ ਐ, ਮੈਦਾਨੇ ਜੰਗ ਵਿੱਚ ਮੁਗਲਾਂ ਦੇ ਸਾਵੇਂ ਤੇਰਾ ਦਿਲਬੰਦ ਏਦਾਂ ਗੱਜੇਗਾ, ਉਹਦੀ ਤਲਵਾਰ ਬਿਜਲੀ ਦੀ ਚਮਕ ਨੂੰ ਮਾਤ ਪਾਉਂਦੀ ਹੋਈ ਲੱਖਾਂ ਦੇ ਸਿਰ ਝਾੜ ਕੇ ਸੁੱਟੇਗੀ, ਜਿਵੇਂ ਬਿਜਲੀ ਰੁੱਖਾਂ ਨੂੰ ਝਾੜ ਝਾੜ ਸੁੱਟਦੀ ਹੈ। ਤੇ ਪ੍ਰਸ਼ਾਦਾ ਛਕਦਿਆਂ ਪੱਟ ਤੇ ਰੱਖ ਕੇ ਗੰਢਾ ਭੰਨਿਆ ਸੀ ਮੁੱਕਾ ਮਾਰ ਕੇ। ਅਗਲੇ ਬੋਲ ਕਹਿੰਦੇ ਨੇ, ਜਥਾ ਸੋ ਕੰਦਕ ਮੈਂ ਅਬ ਫੋਰੇ, ਤਿਮ ਮੁਗਲਨ ਕੇ ਫੋਰੇ ਸੀਸ, ਜਿਮ ਖੁਦਿਆਰਥ ਮੁਝ ਤ੍ਰਿਪਤਾਇਸ, ਤਿਮ ਤੂੰ ਤ੍ਰਿਪਤੈ ਆਸ ਸੋ ਥੀਸ। ਐ ਮਾਂ ਜਿਵੇਂ ਮੈਨੂੰ ਭੁੱਖ ਲੱਗੀ, ਤੂੰ ਆਪਣੇ ਦਿਲਬੰਦ ਨੂੰ ਰਜਾ ਦਿੱਤਾ ਪ੍ਰਸ਼ਾਦੇ ਦੇ ਨਾਲ, ਜਿਵੇਂ ਤੇਰੇ ਘਰ ਉਹ ਲਾਲ ਪ੍ਰਗਟ ਹੋਵੇਗਾ, ਤੇਰੀ ਮਮਤਾ ਜਿਹੜੀ ਹੈ ਉਹ ਮਿਟ ਜਾਵੇਗੀ, ਭਾਵ ਤੇਰੀ ਮੁਰਾਦ ਪੂਰੀ ਕਰਨਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ। ਤੇ ਬਾਣੀ ਕੀ ਕਹਿੰਦੀ ਹੈ, ਜੇ ਕੋਈ ਆਸਰਾ ਨਾ ਰਵੇ, ਜੇ ਤੇਰੀ ਫਰਿਆਦ ਸੁਣਨ ਵਿੱਚ ਖੁਦਾਇਆ ਦੇਰੀ ਕਰੇ, ਤੇ ਕਿਸੇ ਸਾਧੂ ਸਤਪੁਰਸ਼ ਨੂੰ ਲੱਭ ਲਈ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਜਿਵੇਂ ਬਾਪੂ ਦੇ ਦੋ ਕਾਕੇ ਹੁਣ ਇੱਕ ਕਹਿਣੇ ਵਿੱਚ ਚੱਲੇ, ਇੱਕ ਨਲਾਇਕ ਕਹਿਣੇ ਤੋਂ ਬਾਹਰ ਚੱਲੇ, ਤੇ ਮੰਨੇਗਾ ਕਿਹਦੀ ਜੋ ਕਹਿਣੇ ਵਿੱਚ ਚੱਲਦਾ ਹੈ। ਔਲਾਦ ਆਪਾਂ ਸਾਰੇ ਹੀ ਅਕਾਲ ਪੁਰਖ ਗੁਰੂ ਨਾਨਕ ਦੀ ਆ, ਪਰ ਆਪਾਂ ਕਹਿਣੇ 'ਚ ਨਹੀਂ ਚੱਲਦੇ, ਸਾਧੂ ਉਹਦੇ ਹੁਕਮ ਵਿੱਚ ਚੱਲਦੇ ਨੇ, ਉਹਨਾਂ ਦੀ ਸੁਣਵਾਈ ਜਲਦੀ ਕਰਦਾ ਹੈ। ਜੋ ਵੀ ਗਲੂਏ 'ਚੋਂ ਉਹ ਬੋਲ ਦੇਣ, whatever the Lord's servants utters, ਜੋ ਵੀ ਉਹਨਾਂ ਦੇ ਗਲ 'ਚੋਂ ਨਿਕਲੇਗਾ, shall come to pass, ਮਹਾਰਾਜ ਕਹਿੰਦੇ ਉਹ ਪੂਰਤੀ ਹੋਵੇਗੀ, ਉਹ ਬਚਨ ਮੈਂ ਪੂਰਾ ਕਰ ਦਵਾਂਗਾ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨਦੇ, ਇਹ ਦੁਨੀਆ 'ਚ ਪ੍ਰਗਟ ਨੇ ਸਾਖੀਆਂ ਵੀ ਸਾਧੂ ਦਾ ਬਚਨ ਕਦੇ ਅਜਾਈ ਨਹੀਂ ਜਾਂਦਾ। ਤੇ ਜਿਹੜੇ ਕਹਿ ਦਿੰਦੇ ਵੀ ਸਾਧੂ ਦੇ ਪੱਲੇ ਹੀ ਕੁਝ ਨਹੀਂ ਹੈ, ਤੇ ਬਾਣੀ ਕਹਿੰਦੀ ਹੈ, ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਾਂਦੇ। ਕਹਿੰਦੇ ਜਿਹੜੇ ਫਿਰ ਸਾਧੂਆਂ ਸੰਤਾਂ ਨਾਲ ਖਾਂਦੇ ਨੇ ਨਾ, ਉਹ ਮਰ ਮੁੱਕ ਜਾਂਦੇ ਨੇ, ਖੁਰਾ ਖੋਜ ਉਹਨਾਂ ਦਾ ਮਿਟ ਜਾਂਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਗ੍ਰਹਿ ਵਿੱਚ ਮਾਤਾ ਗੰਗਾ ਜੀ ਦੇ ਹਿਰਦੇ ਅੰਦਰ ਖੁਦਾਇਆ ਦੀ ਜੋਤ ਪ੍ਰਕਾਸ਼ਵਾਨ ਹੋਈ। ਸੰਮਤ 1652 ਨੂੰ ਵਡਾਲੀ ਵਿਖੇ ਹਾੜਵਦੀ ਏਕਮ ਨੂੰ ਗੁਰਤਾ ਦਾ ਵਾਰਸ, ਅਜ਼ਮਤਾਂ ਦਾ ਵਾਲੀ, ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਭਾਈ ਗੁਰਦਾਸ ਨੇ ਉਸ ਗੁਰੂ ਹਰਗੋਬਿੰਦ ਦੀ ਅਜ਼ਮਤ ਬਾਰੇ ਲਿਖਿਆ ਹੈ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਉਹ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਪੰਜਾਂ ਪੀਰਾਂ ਤੋਂ ਬਾਅਦ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਤੋਂ ਬਾਅਦ ਪ੍ਰਗਟ ਹੋਇਆ। ਇਹ ਪਤਾ ਕੌਣ ਹੈ? ਅਤੋਲ ਪਾਤਸ਼ਾਹ, ਭਾਵ ਜਿਹਦੇ ਤੁਲ ਦੁਨੀਆ ਤੇ ਕੋਈ ਹੋਇਆ ਹੀ ਨਹੀਂ ਹੈ। ਅਕਾਲ ਪੁਰਖ ਦੇ ਤੁਲ ਕੌਣ ਹੁੰਦਾ ਹੈ? ਕੋਈ ਵੀ ਨਹੀਂ। ਕਹਿੰਦੇ ਕੋਈ ਵੀ ਰੂਹੇ ਜ਼ਮੀਨ ਤੇ ਐਸੀ ਹਸਤੀ ਨਹੀਂ ਹੈ ਜਿਹਦੇ ਬਰਾਬਰ ਗੁਰੂ ਹਰਗੋਬਿੰਦ ਸਾਹਿਬ ਨੂੰ ਤੋਲਿਆ ਜਾ ਸਕੇ। ਐਸੀ ਅਜ਼ਮਤ ਦੇ ਮਹਾਰਾਜ ਮਾਲਕ ਨੇ, ਪਾਤਸ਼ਾਹਾਂ ਦੇ ਪਾਤਸ਼ਾਹ ਨੇ ਔਰ ਅਡੋਲ ਚਿੱਤ ਨੇ। ਬਾਣੀ ਕਹਿੰਦੀ ਹੈ ਨਾ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ, ਸੁਣਾਇਆ ਅਕਾਲ ਪੁਰਖ ਆਪ ਗੁਰਾਂ ਦੇ ਰਾਹੀਂ ਪ੍ਰਗਟ ਹੈ। ਜੋਤ ਓਹਾ ਜੁਗਤ ਸਾਈ ਸਹਕਾਇਆ ਫੇਰ ਪਲਟੀ ਹੈ। ਜੋਤ ਉਹੀ ਰਹੀ
जुगती ओही रही, शरीर बदलते गए। गुरु हरगोबिंद साहिब सच्चे पातशाह दुनिया ते प्रगट होए बाबा बुढ़ा जी दे पावन बोलां दे नाल। वेखो कदे ये नहीं वंड पाउणी चाहिदी भी असीं गुरु नानक दे सिख, असीं गुरु गोबिंद सिंह महाराज दे सिख। ये वंडा असीं पाउने आ, वो दसे ही एक ने। अज वो शब्दावतार ने, वाहो वाहो बाणी निरंकार है, गुरु ग्रंथ साहिब ने। भाई नंद लाल जी कहते असीं गुरु गोबिंद सिंह महाराज तो पुछया नहीं तुहाडे दसां च कोई अंतर। महाराज कहते नहीं, फारसी च जवाब दिता गुरु गोबिंद सिंह पातशाह ने, हमू नानकस्तो हमू अंगदस्त हमू अमरदास अफजलो अमजद अस्त हमू हस्त हर राय करता गुरु बद आशकारा हमो पुष्टरु हमू हर कृष्ण आमद सरबुलंद अजो हासिल उम्मीद हर मुस्तमंद हमू हस्त तेग बहादुर गुरु के गोबिंद सिंह आमद अजनूर ऊ हमू गुरु गोबिंद सिंह हमू नानक अस्त हमा शब्द ऊ जोहरो मान कस्त। कहते मैं ही गुरु अंगद, मैं ही गुरु अमरदास, मैं ही गुरु रामदास, मैं ही गुरु हरगोबिंद, मैं ही गुरु गोबिंद। साडे विच कोई फर्क नहीं है। समा आया गुरु अर्जन साहब शहादत की अवधि मान गए। सिख जगत की फुलवाड़ी हरी भरी रवे, अपना लहू डोल दिता, सिंच दिता अपने लहू नाल सकीन। गुरु अर्जन साहब का हुक्म सी, गुरु नानक दे तख्त का 6वां वारस गुरु हरगोबिंद होवेगा और तिलक दी मर्यादा बाबा बुढ़ा जी करनगे। मीरी पीरी दियां 2 तलवारां बाबा बुढ़ा जी ने पहनाइयां गुरु हरगोबिंद साहब नूं। जे अकाल बुंगा साजिया सिख जगत दी बुलंद हस्ती अकाल तख्त साहब, नीव रखी गई सेवा विच बाबा बुढ़ा जी नूं गुरु हरगोबिंद साहब लाउंदे ने। जिदन गुरु हरगोबिंद साहब पातशाह ग्वालियर किले विच सन, जहांगीर ने धक्को जोरी कीती सी। बाबा बुढ़ा जी संगतां लैके ग्वालियर किले दी परिक्रमा करन ते शब्द गायन करन ते उदों तो शब्द चौंकी दी मर्यादा भी चल पई। अजकल हरमंदर साहिब तुसीं वेखदे हो जदों शब्द चौंकी हुंदी है। समा आया, सारी जवानी बुढ़ेपा लंघ गया, गुरु के दर ते सेवा करदियां अखीरले वक्त बेनती कीती, महाराज मैं रमदास जाना चाहना। रमदास चले गए और अंतर ध्यान सदा गुरु हरगोबिंद साहब की याद विच रहिंदे। एक वचन कीता सी महाराज नाल, कहंदे जिस दिन मैं चोला छड्डना होया ना गुरु हरगोबिंद साहब, मैं फुरना करांगा ते मेरे फुरने नूं समझ के बापू दर्शन दे जाई। सारा जीवन तेरी गोद विच लंघिया है ते अंतला समा भी तेरी गोद विच लंघाउणा चाहुंदा हां। अखीरला समा आया, 5 भौतिक शरीर त्यागना है। गुरु हरगोबिंद साहब नूं याद कीता ते आवेगा क्यों नहीं, बिन बोलिया सब किछ जानदा। गुरु दी अजमत है, गुरु दी पहुंच है। 125 वरे दी उम्र हो गई सी। ये 1631 ईस्वी नूं गुरु हरगोबिंद साहब दी गोद विच ने चोला त्याग दिता। 5 भौतिक शरीर छड्ड गए। गुरु हरगोबिंद साहब ने उड़ीकिया बाबा श्री चंद जी आ जाण। वो महापुरुष आए ते फिर इन्हां हथीं संस्कार किया बाबा बुढ़ा जी का। ऐसे महापुरुषों लई बाणी पता की कहती है, सेवक की ओढ़क निभही प्रीत जीवत साहिब सेव्यो अपना चलते राखियो जीत। सारा जीवन सेवक बन के गुरु करते रहे, हुक्म दूली नहीं कीती, हुक्म विच चले। ते जे हुण दुनिया तो गए ने ते चित विच टका के गुरु हरगोबिंद साहब नूं गए ने, परम पदवी पा गए, अकाल पुरख विच अभेद हो गए।
ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹਾਸਲ ਕਰ ਲਿਆ। ਐਸੇ ਮਹਾਂਪੁਰਸ਼ਾਂ ਦੇ ਦਰ ਤੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹੋ ਔਰ ਉਹਨਾਂ ਨੂੰ ਯਾਦ ਕਰਦੇ ਹੋ। ਬਾਬਾ ਬੁੱਢਾ ਜੀ ਸ਼ਰੀਰ ਕਰਕੇ ਗਏ ਨੇ, ਅੱਜ ਵੀ ਪ੍ਰਗਟ ਸਰੂਪ ਵਿੱਚ ਆਪਣੇ ਪਿਆਰਿਆਂ ਦੀਆਂ ਝੋਲੀਆਂ ਭਰਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹ ਤੁਹਾਡਾ ਲੱਖਾਂ ਦਾ ਇਕੱਠ ਦਰਸਾਉਂਦਾ ਹੈ ਵੀ ਉਹ ਹਾਜ਼ਰਾ ਹਜ਼ੂਰ ਨੇ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਜਿਨੇ ਵੀ ਇੱਥੇ ਆਉਂਦੇ ਹੋ ਸਾਰਿਆਂ ਦੇ ਸਿਰ ਤੇ ਹਸਤ ਰੱਖ ਕੇ ਝੋਲੀਆਂ ਭਰਦੇ ਨੇ। ਬ੍ਰਹਮ ਗਿਆਨੀ ਆਪ ਨਿਰੰਕਾਰ, ਜਿਹੜਾ ਗੁਰੂ ਨਾਨਕ ਵਿੱਚ ਭੇਦ ਹੋਇਆ ਉਹਦਾ ਹੀ ਰੂਪ ਹੋ ਗਿਆ। ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ। ਕਹਿੰਦੇ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀਆਂ ਦੀ ਸ਼ੋਭਾ ਉਹਨਾਂ ਨੂੰ ਹੀ ਬਣ ਆਉਂਦੀ ਹੈ, ਹੋਰ ਕੋਈ ਉਦਾਹਰਣ ਕੀ ਦੇ ਸਕਦੇ ਹੈ। ਐਸੇ ਉਹ ਮਹਾਂਪੁਰਸ਼ ਹੋਏ, ਆਪ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਹੋ। ਸਭਨਾਂ ਦੀ ਹਾਜ਼ਰੀ ਪਾਤਸ਼ਾਹ ਪ੍ਰਵਾਨ ਕਰਨ। ਇੱਥੇ ਕੋਈ ਵੀ ਮਨ ਇੱਛਿਤ ਵਸਤੂ ਦੀ ਪ੍ਰਾਪਤੀ ਲਈ ਤੁਸੀਂ ਆਉਂਦੇ ਹੋ, ਸਤਿਪੁਰਸ਼ ਗੁਰੂ ਅਰਜਨ ਸਾਹਿਬ ਨੂੰ ਸਿਫਾਰਿਸ਼ ਕਰਕੇ ਤੁਹਾਡੀ ਝੋਲੀ ਭਰਾ ਦਿੰਦੇ ਨੇ। ਇੱਥੇ ਦੁੱਧ ਪੁੱਤ ਵਰਤਦਾ ਹੈ, ਰਿੱਧੀਆਂ ਸਿੱਧੀਆਂ ਵਰਤਦੀਆਂ ਨੇ, ਜੋ ਮੰਗਦੇ ਉਹ ਮਿਲਦਾ ਹੈ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਵੇਂ ਬਾਬਾ ਬੁੱਢਾ ਜੀ ਸਾਰਾ ਜੀਵਨ ਗੁਰੂ ਕੇ ਹੁਕਮ ਵਿੱਚ ਚੱਲੇ, ਆਪਾਂ ਵੀ ਅਰਦਾਸ ਕਰੀਏ ਬਾਬਾ ਬੁੱਢਾ ਜੀ ਅੱਗੇ ਤੁਹਾਡੇ ਜੀਵਨ ਚੋਂ ਕਿਣਕਾ ਸਾਡੀ ਝੋਲੀ ਪਵੇ। ਅਸੀਂ ਵੀ ਖੁਦ ਖੁਦਾ ਗੁਰੂ ਨਾਨਕ ਗੁਰੂ ਗੋਬਿੰਦ ਦੇ ਹੁਕਮ ਵਿੱਚ ਚੱਲ ਕੇ ਜੀਵਨ ਸਫਲਾ ਕਰ ਲਈਏ।